बात इस करके अज ओपोजिशन तो करांगे, यानी कि ਜਿਹੜੀਆਂ ਵਿਰੋਧੀ ਧਿਰਾਂ ਨੇ ਉਹ ਇਸ ਬਜਟ ਨੂੰ ਕਿਵੇਂ ਦੇਖ ਰਹੀਆਂ ਨੇ। ਕਾਂਗਰਸ ਤੋਂ ਸ਼ੁਰੂਆਤ ਕਰਦੇ ਹਾਂ। 5 ਸਾਲ ਸੱਤਾ ਦੇ ਵਿੱਚ ਕਾਂਗਰਸ ਰਹੀ ਹੈ ਪੰਜਾਬ ਦੇ ਵਿੱਚ, ਔਰ ਇੱਕ ਹੋਰ ਬਹੁਤ ਅਹਿਮ ਪੁਆਇੰਟ ਸੀ, ਕਾਬਿਲੇ ਗੌਰ ਹੈ ਉਹ, ਜਿਸ ਦੇ ਵਿੱਚ ਜ਼ਿਕਰ ਕੀਤਾ ਗਿਆ ਖਜ਼ਾਨਾ ਮੰਤਰੀ ਦੇ ਵੱਲੋਂ ਕਿ ਜਦੋਂ 2016-17 ਤੋਂ ਲੈ ਕੇ ਜਿਹੜਾ ਫਾਈਨੈਂਸ਼ੀਅਲ ਈਅਰ ਸੀ 2016-17 ਤੋਂ ਲੈ ਕੇ ਮੌਜੂਦਾ ਸਮੇਂ ਤੱਕ ਪੰਜਾਬ ਦੇ ਵਿੱਚ ਜਿਹੜਾ ਕਰਜ਼ਾ 44% ਵੱਧ ਗਿਆ। ਇੱਕ ਤਰੀਕੇ ਨਾਲ ਕਾਂਗਰਸ ਦੇ ਉੱਤੇ ਉਂਗਲ ਜ਼ਰੂਰ ਚੁੱਕੀ ਗਈ ਹੈ। ਪਿਛਲੇ 5 ਸਾਲ ਕਾਂਗਰਸ ਦੀ ਸਰਕਾਰ ਸੀ 17 ਤੋਂ ਲੈ ਕੇ 22 ਤੱਕ ਕਿ 44% ਕਰਜ਼ਾ ਵਧਿਆ ਹੈ, ਤਾਂ ਇੱਕ ਵੱਡਾ ਹਿੱਸਾ ਪੰਜਾਬ ਦੇ ਉੱਤੇ ਜਿਹੜਾ ਕਰਜ਼ੇ ਦਾ ਵਧਿਆ ਉਹ ਕਾਂਗਰਸ ਦੇ ਕਾਰਜਕਾਲ ਦੇ ਵਿੱਚ ਵਧਿਆ। ਇਹ ਵੀ ਕਿਤੇ ਨਾ ਕਿਤੇ ਖਜ਼ਾਨਾ ਮੰਤਰੀ ਇਸ਼ਾਰਾ ਕਰਕੇ। ਮੈਂ ਸ਼ੁਰੂਆਤ ਕਰਦਾ ਇਸੇ ਤੋਂ। ਸੁਖਦੇਵ ਜੀ, ਪਹਿਲਾਂ ਤਾਂ ਬਜਟ ਦੇ ਉੱਤੇ ਰਿਐਕਸ਼ਨ, ਫਿਰ ਕਰਜ਼ੇ ਦੇ ਉੱਤੇ ਵੀ। ਦੇਖੋ ਗੌਰਵ ਜੀ, ਗੱਲ ਇਹ ਹੈ ਅੱਜ ਜੋ ਇਹਨਾਂ ਨੇ ਬਜਟ ਪੇਸ਼ ਕੀਤਾ ਉਹ ਆંકੜਿਆਂ ਦੀ ਵੀ ਜਾਦੂਗਰੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਹਦੇ ਵਿੱਚ ਬਜਟ ਦੇ ਵਿੱਚ ਕੁਝ ਵੀ ਐਡਾ ਦਾ ਖਾਸ ਨਹੀਂ ਜਿਹਨੂੰ ਕਿ ਅਸੀਂ ਸਲਾਈਏ। ਦੇਖੋ ਗੱਲ ਇਹ ਹੈ, ਇਹ ਮੈਂ ਜਿਹੜੇ ਸਾਡੇ ਖਜ਼ਾਨਾ ਮੰਤਰੀ ਸਾਹਿਬ ਦੇ ਭਾਸ਼ਣ ਦੀ ਵੀ ਗੱਲ ਕਰਦਾ, ਉਹਨਾਂ ਨੇ ਸਭ ਤੋਂ ਵੱਡੀ ਅੱਜ ਗੱਲ ਕੀਤੀ ਵੀ ਅਸੀਂ ਮੂੰਗੀ ਦੇ ਉੱਤੇ ਜਿਹੜਾ ਹੈਗਾ ਅਸੀਂ MSP ਦਿੱਤੀ, ਔਰ MSP ਦੇ ਉੱਤੇ ਅਸੀਂ ਇਹ ਮੂੰਗੀ ਖਰੀਦ ਰਹੇ ਹਾਂ। ਮੈਂ ਉਸੇ ਤੇ ਇਹਨਾਂ ਨੂੰ ਇੱਕ ਗੱਲ ਦੇ ਉੱਤੇ ਸਵਾਲ ਮੇਰਾ ਹੈਗਾ ਆਮ ਆਦਮੀ ਪਾਰਟੀ ਨੂੰ ਜਾਂ ਖਜ਼ਾਨਾ ਮੰਤਰੀ ਸਾਹਿਬ ਨੂੰ ਵੀ 25 ਜੂਨ ਤੱਕ ਦੇ ਅੰਕੜੇ ਇਹ ਕਹਿੰਦੇ ਹੈ ਵੀ ਸਾਡੇ ਕੋਲ 93,000 ਕੁਆਂਟਲ ਜਿਹੜੀ ਹੈਗੀ ਸਾਡੀਆਂ ਮੰਡੀਆਂ ਦੇ ਵਿੱਚ ਮੂੰਗੀ ਆਈ ਜੀ, ਔਰ ਉਹ ਚੋਂ 9,902 ਕੁਆਂਟਲ ਜਿਹੜੀ ਹੈ ਸਰਕਾਰ ਨੇ MSP ਤੇ ਖਰੀਦੀ ਹੈ। ਜਿਹੜੀ 82,000 ਕੁਆਂਟਲ ਹੈ ਉਹ ਪ੍ਰਾਈਵੇਟ ਪਲੇਅਰਸ ਨੇ ਖਰੀਦੀ ਹੈ, ਔਰ 82,000 ਦੇ ਵਿੱਚੋਂ 73,000 ਕੁਆਂਟਲ ਜਿਹੜੀ ਹੈ ਉਹ ਬਿਲੋ MSP ਖਰੀਦੀ ਗਈ ਹੈ। ਅਸੀਂ ਇਹ ਵੀ ਇਹ ਨਾ ਕਹਿਣ ਵੀ ਉਹ ਤਾਂ ਜੀ ਵੱਧ MSP ਤੋਂ ਵੱਧ ਤੇ ਖਰੀਦੀ ਗਈ। 73,000 ਕੁਆਂਟਲ ਜਿਹੜੀ ਆ ਉਹ ਬਿਲੋ MSP ਤੇ ਖਰੀਦੀ ਗਈ ਹੈ। ਜਿਹੜਾ ਇਹ ਅੰਕੜੇ ਸਰਕਾਰ ਦੇ ਹੈ, ਤੁਸੀਂ ਜਾ ਕੇ ਮਾਰਕਫੈਟ ਤੋਂ ਲੈ ਸਕਦੇ ਹੋ। ਇਹ ਅੰਕੜੇ ਤੁਸੀਂ ਜਿਹੜੇ ਪ੍ਰਾਈਵੇਟ ਪਲੇਅਰਾਂ ਨੇ ਖਰੀਦੀ ਮੂੰਗੀ, ਉਸ ਦੇ ਵੀ ਅੰਕੜੇ ਮਾਰਕਫੈਟ ਦੇ ਕੋਲ ਹੈਗੇ, ਉੱਥੋਂ ਬਿਲਕੁਲ ਮਾਰਕੀਟ ਕਮੇਟੀ ਕੋਲ ਹੁੰਦੇ ਨੇ ਜੀ। ਠੀਕ ਹੈ, ਮਾਰਕੀਟ ਕਮੇਟੀ ਨੇ ਆਪਣੀ ਮਾਰਕੀਟ ਫੀਸ ਲੈਣੀ ਹੁੰਦੀ ਆ। ਸਾਰੇ ਅੰਕੜੇ ਹੁੰਦੇ ਆ। ਜਿਹੜੀ ਫਸਲ ਮੰਡੀ 'ਚ ਆਈ, ਚਾਹੇ ਉਹ ਖਰੀਦੇ ਪ੍ਰਾਈਵੇਟ ਚਾਹੇ ਕੋਈ ਸਰਕਾਰੀ ਏਜੰਸੀ, ਉਹਦੇ ਅੰਕੜੇ ਹੁੰਦੇ ਆ। ਜੇ ਮੇਰੇ ਅੰਕੜੇ ਗਲਤ ਹੋਣ ਤਾਂ ਮੈਂ ਆਮ ਆਦਮੀ ਪਾਰਟੀ ਦਾ ਤੁਸੀਂ ਲੌਜੀਕ ਦੱਸ ਦਿੱਤਾ, ਮਾਰਕੀਟ ਕਮੇਟੀ ਤੋਂ ਆਏ ਨੇ ਤਾਂ ਦੂਜੀ ਗੱਲ ਜੀ ਠੀਕ ਹੈ। ਦੂਜੀ ਗੱਲ ਮੈਂ ਜਿਹੜੀ ਗੱਲ ਕਹਿਣੀ ਚਾਹਣਾ, ਅੱਜ ਇਹਨਾਂ ਨੇ 36,000 EMPLOYEES ਨੂੰ ਰੈਗੂਲਰ ਕਰਨ ਦੀ ਕੋਸ਼ਿਸ਼ ਕੀਤੀ। ਉਹਦੇ ਅਸੀਂ ਕਹਿੰਦੇ ਜੀ 500 ਕੁਝ ਕਰੋੜ ਰੱਖੇ ਆ। ਮੇਰਾ ਇੱਕ ਸਵਾਲ ਹੈ ਆਮ ਆਦਮੀ ਪਾਰਟੀ ਨੂੰ ਕਿ ਉਹ ਜਿਹੜੇ ਲੰਬੇ ਸਮੇਂ ਤੋਂ ਕੱਚੇ ਮੁਲਾਜ਼ਮ ਨੇ ਉਹਨਾਂ ਨੂੰ ਪੂਰੀ ਤਨਖਾਹ ਦੇ ਉੱਤੇ ਪੱਕਾ ਕੀਤਾ ਜਾਊਗਾ ਕਿ ਉਹਨਾਂ ਨੂੰ ਮੁੱਢਲੀ ਤਨਖਾਹ ਦੇ ਉੱਤੇ ਪੱਕਾ ਕੀਤਾ ਜਾਊਗਾ? ਇਹ ਵੀ ਇੱਕ ਸਵਾਲ ਹੈ, ਬਹੁਤ ਵੱਡਾ ਸਵਾਲ ਹੈ। ਠੀਕ ਹੈ, ਉਹਨਾਂ ਦੇ ਕੈਰੀਅਰ ਨਾਲ ਜੁੜਿਆ ਹੋਇਆ ਸਵਾਲ ਹੈ ਕਿ ਮੁੱਢਲੀ ਤਨਖਾਹ ਤੇ ਕੀਤਾ ਜਾਊਗਾ ਕਿ ਪੂਰੀ ਤਨਖਾਹ ਤੇ। ਉਹਦੇ ਵਾਸਤੇ ਇਹ ਬਜਟ ਚੁੱਪ ਹੈ। ਤੀਜੀ ਗੱਲ, ਜਿਹੜੀ ਇੱਕ ਸਭ ਤੋਂ ਵੱਡੀ ਗੱਲ ਇਹਨਾਂ ਨੇ ਕਿਹਾ ਐਜੂਕੇਸ਼ਨ ਦੇ ਵਿੱਚ ਇਹ ਮਿਡ ਡੇ ਮੀਲ ਵਰਕਰਸ ਦੀ ਗੱਲ ਕਰਦੇ ਆ, ਉਹਦੇ ਵਾਸਤੇ ਅਸੀਂ ਪੈਸੇ ਰੱਖਿਆ। ਉਹ ਤਾਂ ਅਸੀਂ ਮੈਚਿੰਗ ਗ੍ਰਾਂਟ ਦੇਣੀ ਹੁੰਦੀ ਹੈ, ਸੈਂਟਰ ਗਵਰਨਮੈਂਟ ਤੋਂ ਆਉਣਾ ਹੁੰਦਾ ਕਿ ਇਹਨਾਂ ਨੇ ਇਦਾਂ ਦੀ ਕੋਈ ਮਿਡ ਡੇ ਮੀਲ ਵਰਕਰ ਦੀ ਤਨਖਾਹ ਦੋ ਪੁਆਇੰਟ ਕੀਤੀ ਹੈ ਕਿ ਮਿਨੀਮਮ ਮੈਨੂੰ ਲੈਟ ਮੀ ਕੰਪਲੀਟ 2 ਮਿੰਟ ਚ ਆਪਣੀ ਗੱਲ ਕਰਨੀ। 1 ਮਿੰਟ ਚ ਗੱਲ ਕਰਨੀ ਕਿ ਜੇ ਤੁਸੀਂ 8-10 ਪੁਆਇੰਟ ਕਰ ਦੋਗੇ ਤਾਂ ਜਵਾਬ ਨਹੀਂ ਲੈ ਹੋਣਾ ਉਸਦਾ। ਮੈਂ ਇਸ ਕਰਕੇ ਕਹਿ ਰਿਹਾ ਲਾਸਟ ਗੱਲ ਮੇਰੀ, ਲਾਸਟ ਗੱਲ ਮੇਰੀ। ਹਾਂ ਠੀਕ ਹੈ, ਕੰਪਲੀਟ ਕਰ ਲਓ ਸਰ। ਇਹ ਚਲੋ ਹਾਂ, ਜਿਹੜੀ ਤੁਸੀਂ ਗੱਲ ਕਰਜ਼ਿਆਂ ਦੀ ਕਰਦੇ ਸੀ ਨਾ, ਮੈਂ ਉਸ ਤੇ ਵੀ ਤੁਸੀਂ ਮੈਂ ਰਿਐਕਸ਼ਨ ਦੇਵਾਂਗਾ। ਇਹਨਾਂ ਨੇ ਜਿਹੜੀ ਕਰਜ਼ਿਆਂ ਦੀ ਗੱਲ ਕੀਤੀ, ਵਾਈਟ ਪੇਪਰ ਇਸ਼ੂ ਕੀਤਾ। ਇਹ ਕਹਿ ਗਏ ਵੀ ਅਸੀਂ ਜਿਹੜੇ EMPLOYEES ਦੇ 25,000 ਕਰੋੜ ਦੇ ਜਿਹੜੇ ਬਕਾਏ ਨੇ ਜੀ ਪੇ ਸਕੇਲ ਦੇ, ਉਹ ਦੇ ਕੇ ਨਹੀਂ ਗਏ, ਉਹ ਛੱਡ ਗਏ, ਉਹ ਸਾਡੇ ਤੇ ਸਿੱਟ ਗਏ। ਕੀ ਉਹਦਾ ਬਜਟ 'ਚ ਕੋਈ ਪ੍ਰੋਵੀਜ਼ਨ ਰੱਖੀ ਹੈ ਵੀ ਉਹ 25,000 ਕਰੋੜ ਜਿਹੜੇ EMPLOYEES ਦੇ ਉਹ ਨੇ ਉਹ ਤਾਂ ਛੱਡ ਗਏ, ਗਲਤ ਕਰ ਗਏ ਕੰਮ? ਬਿਲਕੁਲ ਮੰਨਦੇ ਹਾਂ ਅਸੀਂ, ਸਾਡੀ ਪਾਰਟੀ ਨਹੀਂ ਦੇ ਕੇ ਗਈ ਪਰ ਪੇ ਕਮਿਸ਼ਨ ਲਾਗੂ ਕਰਕੇ ਗਈ। ਪਰ ਕੀ ਇਹ ਉਹ ਬਕਾਏ ਦੇਣਗੇ? ਤੇ ਇਹਨਾਂ ਨੇ ਜੇ ਦੇਣੇ ਤਾਂ ਪ੍ਰੋਵੀਜ਼ਨ ਰੱਖੀ ਕਿਉਂ ਨਹੀਂ ਜੀ? ਚਲੋ ਇੱਕ ਹੀ ਕਰਕੇ ਮੈਂ ਉਹੀ ਕਹਿ ਰਿਹਾ ਕਿ ਚਾਹੇ ਇੱਕ ਸੈਗਮੈਂਟ ਕਰਕੇ ਆਪਾਂ ਛੋਟੇ ਛੋਟੇ ਸਵਾਲ ਲੈ ਲਈਏ ਤਾਂ ਕਿ ਜ਼ਿਆਦਾ ਮੁੱਦਿਆਂ ਦੇ ਉੱਤੇ ਚਰਚਾ ਹੋ ਸਕੇ, ਬਜਾਏ ਕਿ ਇਸ ਦੇ ਸਾਰੇ ਪੁਆਇੰਟ ਇਕੱਠੇ ਸ਼ਾਇਦ ਉਸ ਦੇ ਉੱਪਰ ਰਿਐਕਸ਼ਨ ਆ ਸਕੇ। ਮੈਂ ਤੁਹਾਡੇ ਕੋਲ ਵਾਪਸ ਆਵਾਂਗਾ ਔਰ ਮੈਂ ਡਾਕਟਰ ਸਨੀ ਅਹਲੂਵਾਲੀਆ ਜੀ ਸਾਡੇ ਨਾਲ ਨੇ, ਪੂਰੇ ਅੰਕੜਿਆਂ ਦੇ ਨਾਲ ਉਮੀਦ ਹੈ ਪਹੁੰਚੇ ਹੋਣਗੇ, ਉਹਨਾਂ ਤੋਂ ਜਵਾਬ ਲਵਾਂਗਾ। ਪਰ ਉਸ ਤੋਂ ਪਹਿਲਾਂ ਆਪੋਜੀਸ਼ਨਸ ਦਾ ਇੱਕ ਜ਼ਰੂਰ ਰਿਐਕਸ਼ਨ। ਰਜਿੰਦਰ ਦੀਪਾ ਜੀ ਸਟੂਡੀਓ ਸਾਡੇ ਨਾਲ ਅੱਜ ਮੌਜੂਦ ਹੈਗੇ ਨੇ। ਦੀਪਾ ਜੀ, ਅਕਾਲੀ ਦਲ ਇਸ ਬਜਟ ਨੂੰ ਕਿਵੇਂ ਦੇਖ ਰਿਹਾ? ਮੈਂ ਤੁਸੀਂ ਕੁਝ ਕਹੋ, ਮੈਂ ਉਸ ਤੋਂ ਪਹਿਲਾਂ ਜ਼ਰੂਰ ਕਹਿ ਦੇਵਾਂ ਕਿਉਂਕਿ ਜਿਵੇਂ ਸੁਖਦੇਵ ਜੀ ਨੇ ਜ਼ਿਕਰ ਕੀਤਾ ਨਾ, ਕਾਂਗਰਸ ਦੇ ਬੁਲਾਰੇ ਨੇ ਜ਼ਿਕਰ ਕੀਤਾ, ਅੱਜ ਤੋਂ 1 ਸਾਲ ਪਹਿਲਾਂ ਜਦੋਂ ਕਾਂਗਰਸ ਬਜਟ ਪੇਸ਼ ਕਰ ਰਹੀ ਸੀ ਤਾਂ ਵਿਰੋਧੀ ਪਾਰਟੀਆਂ ਸੇਮ ਗੱਲਾਂ ਬੋਲਦੀਆਂ ਸੀ। ਅੱਜ ਬਿਲਕੁਲ ਰਿਵਰਸ ਹੋ ਚੁੱਕਿਆ ਕੰਮ। ਉਸ ਸਮੇਂ ਜਦੋਂ ਆਪੋਜੀਸ਼ਨ ਦੇ ਵਿੱਚ ਤੁਸੀਂ ਵੀ ਸੀ, ਇਨਫੈਕਟ ਜਦੋਂ ਤੁਹਾਡੀ ਸਰਕਾਰ ਸੀ ਅਕਾਲੀ ਦਲ BJP ਦੀ, ਉਸ ਸਮੇਂ ਕਾਂਗਰਸ ਸੇਮ ਬੋਲਦੀ ਸੀ। ਜਦੋਂ ਹੁਣ ਲਾਸਟ ਟਾਈਮ ਕਾਂਗਰਸ ਦੀ ਸਰਕਾਰ ਸੀ, ਤੁਸੀਂ ਔਰ ਆਮ ਆਦਮੀ ਪਾਰਟੀ ਸੇਮ ਬੋਲਦੀ ਸੀ। ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਹੁਣ ਵਿਰੋਧੀ ਬਦਲ ਚੁੱਕੇ ਨੇ, ਹੁਣ ਉਹ ਵੀ ਸੇਮ ਗੱਲਾਂ ਕਰਦੇ ਨੇ। ਰਜਿੰਦਰ ਦੀਪਾ ਜੀ। गौरव जी बिल्कुल ठीक है
ਜਦੋਂ ਅਕਾਲੀ ਦਲ ਦੀ ਸਰਕਾਰ ਸੀ ਕਾਂਗਰਸ ਵਾਲੇ ਉਹੀ ਕੁਝ ਬੋਲਦੇ ਸੀ ਜੋ ਅਸੀਂ ਅੱਜ ਬੋਲ ਰਹੇ ਹਾਂ। ਐਂ ਹੀ ਜਿਵੇਂ ਕਾਂਗਰਸ ਦੀ ਸਰਕਾਰ ਸੀ ਅਕਾਲੀ ਉਵੇਂ ਬੋਲਦੇ ਰਹੇ। ਪਰ ਇਹ ਨਵੀਂ ਜਿਹੜੀ ਸਰਕਾਰ ਸੀ ਆਮ ਆਦਮੀ ਪਾਰਟੀ ਤੋਂ, ਤਾਂ ਜਿਹੜੀ ਬਦਲਾਅ ਨਾਲ ਲੋਕਾਂ ਨੇ ਬੜੀ ਉਮੀਦਾਂ ਨਾਲ ਸਰਕਾਰ ਲਿਆਂਦੀ ਸੀ ਕਿ ਡਿਫਰੈਂਟ ਤਰ੍ਹਾਂ ਦਾ ਇਹ ਐਡਮਿਨਿਸਟ੍ਰੇਸ਼ਨ ਦਊਗੀ। ਇਹ ਨਵੀਂ ਪਾਰਟੀ ਹੈ, ਨਵੀਂ ਸੋਚ ਨਾਲ ਆਈ ਹੈ ਤਾਂ ਕਿ ਐਸਾ ਬਜਟ ਪੇਸ਼ ਕਰੂਗੀ ਜਿੰਦੇ ਤੇ ਉਂਗਲ ਨਾ ਚੱਕੀ ਜਾਵੇ। ਪਹਿਲਾਂ ਤਾਂ ਜਿਵੇਂ ਨਿਰਾਸ਼ਤਾ ਦੀ ਗੱਲ ਕਰੀਏ, ਪੰਜਾਬ ਦੇ ਲੋਕ ਕਿਵੇਂ ਨਿਰਾਸ਼ ਹੋਏ ਆ। ਜੋ ਬਾਈ ਇਲੈਕਸ਼ਨ ਦਾ ਰਿਜ਼ਲਟ ਆਇਆ ਸੰਗਰੂਰ ਦਾ, ਉੱਥੋਂ ਪਤਾ ਲੱਗ ਗਿਆ ਕਿ ਪੰਜਾਬ ਦੇ ਲੋਕ ਕਿੰਨੀ ਛੇਤੀ ਨਿਰਾਸ਼ ਹੋਏ ਆ ਆਮ ਆਦਮੀ ਪਾਰਟੀ ਤੋਂ। ਪਰ ਉਮੀਦ ਸੀ ਸ਼ਾਇਦ ਬਜਟ 'ਚ ਕੁਝ ਐਸਾ ਦੱਸਿਆ ਜਾਵੇ ਕਿ 3 ਮਹੀਨੇ ਵਕਤ ਜ਼ਿਆਦਾ ਨਹੀਂ ਹੁੰਦਾ, ਪਰ ਹੋ ਸਕਦਾ ਲੋਕ ਜਲਦੀ ਨਿਰਾਸ਼ ਹੋ ਗਏ ਹੋਣ। ਪਰ ਬਜਟ ਅੱਜ ਵੇਖ ਕੇ ਤਾਂ ਹੋਰ ਵੀ ਨਿਰਾਸ਼ ਹੋ ਗਏ ਆ। ਕਿਹੜਾ ਪੁਆਇੰਟ ਸਰ ਜਿਹੜਾ ਕਿਹੜੇ ਪੁਆਇੰਟ? ਵੱਡੀ ਗੱਲ ਹੈਲਥ ਦੀ ਗੱਲ ਕਰਦੇ ਸੀ, ਦਿੱਲੀ ਮਾਡਲ, ਇਹ ਮਾਡਲ ਮੁਹੱਲਾ ਕਲੀਨਿਕ ਦੀ ਗੱਲ ਕੀਤੀ ਜਾਂਦੀ ਸੀ ਕਿ 16,000 ਮੁਹੱਲਾ ਕਲੀਨਿਕ ਅਸੀਂ ਪੰਜਾਬ ਦੇ ਵਿੱਚ ਬਣਾਵਾਂਗੇ, ਖੋਲਾਂਗੇ। ਅੱਜ ਗੱਲ ਹੋ ਰਹੀ ਹੈ 117 ਮੁਹੱਲਾ ਕਲੀਨਿਕਾਂ ਦੀ ਤੇ 117 ਖੋਲ ਰਹੇ ਤਾਂ 3,500 4,000 ਮੁਹੱਲਾ ਕਲੀਨਿਕ ਤੁਸੀਂ 3300 ਖੋਲੋਗੇ ਹਰ ਸਾਲ, ਤਾਂ 16,000 ਮੁਹੱਲਾ ਕਲੀਨਿਕ ਖੁੱਲੇ ਜਾਂਦੇ ਆ। 117 ਖੋਲੋਗੇ ਤਾਂ 5-550 ਚ 5 ਸਾਲ ਨਿਬੜ ਜਾਣੇ ਆ। ਔਰ ਕੀ ਪਹਿਲਾਂ ਜਿਹੜੀਆਂ ਸਾਡੀਆਂ ਰੂਰਲ ਡਿਸਪੈਂਸਰੀਆਂ, ਸ਼ਹਿਰ ਦੇ ਮੁਹੱਲਿਆਂ ਦੇ ਵਿੱਚ ਡਿਸਪੈਂਸਰੀਆਂ, ਕਿ ਉੱਥੇ ਤੁਸੀਂ ਕੋਈ ਫੱਟਾ ਨਵਾਂ ਲਾ ਕੇ ਖੋਲੋਗੇ ਜਾਂ ਕੁਝ ਨਵਾਂ ਖੋਲੋਗੇ? ਜੇ ਨਵਾਂ ਖੋਲੋਗੇ ਤਾਂ ਪੁਰਾਣੀਆਂ ਡਿਸਪੈਂਸਰੀਆਂ ਦਾ ਕੀ ਹੋਊਗਾ? ਸੋ ਐਡਾ ਵੱਡਾ ਝੂਠ, ਮਤਲਬ ਕਿ ਹੈਲਥ ਦੇ ਵਿੱਚ ਅਸੀਂ ਆਹ ਕੁਝ ਕਰ ਦਾਂਗੇ। 117 ਮੁਹੱਲਾ ਕਲੀਨਿਕ ਖੋਲ ਰਹੇ ਹੋ ਔਰ ਆਲਰੇਡੀ ਸਭ ਨੂੰ ਪਤਾ ਕਿ ਰੂਰਲ ਡਿਸਪੈਂਸਰੀਆਂ ਹੈਗੀਆਂ। ਬਾਕੀ ਗੱਲ, ਦੂਸਰੀ ਗੱਲ ਜਿਹੜੀ ਸਾਡੀਆਂ ਲੇਡੀਜ਼ ਲਈ ਕਿਹਾ ਸੀ ਕਿ 1000 ਰੁਪਇਆ ਅਸੀਂ ਇਹਨਾਂ ਨੂੰ ਮੰਥਲੀ ਦੇਵਾਂਗੇ, ਔਰ 1 ਕਰੋੜ ਦੇ ਲਗਭਗ ਸਾਡੀਆਂ ਭੈਣਾਂ ਮਾਤਾਵਾਂ ਹੈਗੀਆਂ ਜਿਹੜੀਆਂ 18 ਸਾਲ ਤੋਂ ਵੱਡੀ ਉਮਰ ਦੀਆਂ ਹੈ, ਉਹਦੇ ਕਰਕੇ 12,000 ਕਰੋੜ ਰੁਪਇਆ ਚਾਹੀਦਾ ਸੀ। ਉਹਦਾ ਕੋਈ ਜ਼ਿਕਰ ਨਹੀਂ, ਔਰ ਇਹ ਵੀ ਨਹੀਂ ਕਿ ਅਸੀਂ ਅਗਲੇ 6 ਮਹੀਨੇ 'ਚ ਕਰ ਦਾਂਗੇ, ਅਗਲੇ ਸਾਲ ਕਰ ਦਾਂਗੇ, ਉਸ ਤੋਂ ਅਗਲੇ ਸਾਲ ਕਰ ਦਾਂਗੇ। ਇਸ ਦਾ ਮਤਲਬ ਉਹ ਸਾਰਾ ਹੀ ਝੂਠ ਦਾ ਸੀਗਾ। ਠੀਕ ਹੈ, ਚਲੋ ਮੈਂ ਰਿਐਕਸ਼ਨ ਲੈ ਲਵਾਂ ਨਾਲ ਮੈਂ ਕੋਸ਼ਿਸ਼ ਇਸ ਕਰਕੇ ਕਰ ਰਿਹਾ। ਦੀਪਾ ਜੀ, ਮੈਂ ਤੁਹਾਨੂੰ ਵਿਚਾਲੇ ਰੋਕਿਆ ਤਾਂ ਕਿ ਆਪਾਂ ਇੱਕ ਪੁਆਇੰਟ ਦੇ ਉੱਤੇ ਰਿਐਕਸ਼ਨ ਲਈਏ। ਸਰੀਨ ਸਾਹਿਬ, ਮੈਂ ਤੁਹਾਡੇ ਕੋਲ ਆਵਾਂਗਾ, ਪਰ ਉਸ ਤੋਂ ਪਹਿਲਾਂ ਡਾਕਟਰ ਆਲੂਵਾਲੀਆ ਜੀ, ਤੁਹਾਡੇ ਤੋਂ ਰਿਐਕਸ਼ਨ ਜ਼ਰੂਰੀ ਇੱਥੇ ਬਣ ਰਿਹਾ ਤਾਂ ਕਿ ਜਿਹੜੇ ਸਵਾਲ ਨੇ ਔਰ ਮੁੱਦੇ ਨੇ ਪਿੱਛੇ ਨਾ ਰਹਿ ਜਾਣ। ਮੈਂ ਮੁਹੱਲਾ ਕਲੀਨਿਕ ਤੋਂ ਸਟਾਰਟ ਕਰਦਾ। ਵਿਰੋਧੀ ਕਹਿ ਰਹੇ ਨੇ ਕਿ 117 ਦੇ ਹਿਸਾਬ ਦੇ ਨਾਲ 5 ਸਾਲ ਬਾਅਦ 585 ਮੁਹੱਲਾ ਕਲੀਨਿਕ ਹੋਣਗੇ ਜੇ ਇਸੇ ਰਫ਼ਤਾਰ ਦੇ ਨਾਲ ਰਹੇ। ਪੰਜਾਬ ਦੇ ਵਿੱਚ 12,500 ਪਿੰਡ ਨੇ ਔਰ ਉਸ ਤੋਂ ਬਾਅਦ ਵਾਰਡਸ ਦੀ ਗਿਣਤੀ ਹੈ ਕਰੀਬ 18-20,000 ਟੋਟਲ ਗਿਣਤੀ ਬਣਦੀ ਹੈ। ਦੇਖੋ, ਸਭ ਤੋਂ ਪਹਿਲੀ ਗੱਲ, 75 ਸਾਲਾਂ ਦੇ ਅੰਦਰ ਪਹਿਲੀ ਵਾਰ ਇੰਨਾ ਵਧੀਆ ਬਜਟ ਆਇਆ ਹੈ। ਲੋਕੀ ਖੁਸ਼ ਹੋ ਰਹੇ ਨੇ, ਪਰ ਆਪੋਜੀਸ਼ਨ ਦਾ ਕੰਮ ਹੈ ਮਤਲਬ ਖਿਲਾਫ ਹੀ ਬੋਲਣਾ। ਐਜੂਕੇਸ਼ਨ ਦੇ ਉੱਤੇ, ਹੈਲਥ ਦੇ ਉੱਤੇ ਮੈਂ ਪਾਰਟਿਕੂਲਰਲੀ ਗੱਲ, ਇਸ ਲਈ ਤੁਸੀਂ ਹੈਲਥ ਦੀ ਸ਼ੁਰੂ ਕੀਤੀ ਹੈ, ਮੈਂ ਹੈਲਥ ਤੋਂ ਸ਼ੁਰੂ ਕਰਦਾ ਕਿ 15 ਅਗਸਤ ਨੂੰ ਭਗਵੰਤ ਸਿੰਘ ਮਾਨ ਜੀ ਨੇ ਕਿਹਾ ਸੀ ਵੀ ਅਸੀਂ 75 ਜਿਹੜੇ ਮੁਹੱਲਾ ਕਲੀਨਿਕਸ ਨੇ ਉਹ ਖੋਲ ਦਾਂਗੇ। ਉਸ ਤੋਂ ਬਾਅਦ ਦੂਜੇ ਪਾਸੇ 1 ਸਾਲ ਦੇ ਅੰਦਰ ਦਾ ਬਜਟ ਬਣਾਇਆ ਗਿਆ। ਕੀ ਹੁੰਦਾ, ਜਦ ਵੀ ਚੀਜ਼ ਪਹਿਲੀ ਵਾਰ ਸ਼ੁਰੂ ਕਰਨੀ ਹੋਏ ਤੇ ਉਹਦੇ ਅੰਦਰ ਇੱਕ ਸਟੱਡੀ ਕੀਤੀ ਜਾਂਦੀ, ਉਹਦੇ ਅੰਦਰ ਇੱਕ ਚੀਜ਼ ਦੀ ਇੰਪਲੀਮੈਂਟੇਸ਼ਨ ਕੀਤੀ ਜਾਂਦੀ, ਉਸ ਹਿਸਾਬ ਨਾਲ ਦੇਖਿਆ ਜਾਂਦੀਆਂ। ਅਸੀਂ ਕਹਿੰਦੇ ਪਏ ਆ ਕਿ ਅਸੀਂ ਮੁਹੱਲਾ ਕਲੀਨਿਕ ਹਰ ਇੱਕ ਪਿੰਡ 'ਚ ਖੋਲਣਾ ਚਾਹੁੰਦੇ, ਹਰ ਇੱਕ ਵਾਰਡ 'ਚ ਖੋਲਣਾ ਚਾਹੁੰਦੇ, ਹਰ ਇੱਕ ਸ਼ਹਿਰ 'ਚ ਖੋਲਣਾ ਚਾਹੁੰਦੇ, ਲੇਕਿਨ ਉਹਦੇ ਅੰਦਰ ਪਹਿਲਾਂ ਇੱਕ ਪਾਇਲਟ ਪ੍ਰੋਜੈਕਟ ਦੇ ਅੰਦਰ 117 ਮੁਹੱਲਾ ਕਲੀਨਿਕਸ ਖੋਲੇ ਜਾ ਰਹੇ ਤਾਂ ਕਿ ਹਰ ਇੱਕ ਏਰੀਆ ਦੇਖੇ ਜਾਏ। ਆਪੋਜੀਸ਼ਨ ਇੱਕ ਪਾਸੇ ਕਹਿੰਦੀ ਹੈ ਕਿ ਮੁਹੱਲਾ ਕਲੀਨਿਕ ਖੋਲੇ, ਦੂਜੇ ਪਾਸੇ ਕਹਿੰਦੇ ਹਸਪਤਾਲਾਂ ਦਾ ਕੀ ਹੋਊਗਾ। ਮੈਂ ਦੱਸਣਾ ਚਾਹੁੰਦਾ ਕਿ ਹਸਪੀਟਲਸ ਲਈ ਵੀ ਦੇਖੋ, ਫਰਿਸ਼ਤਾ ਵਰਗੀ ਸਕੀਮ ਜਿਹੜੀ ਅੱਜ ਤੱਕ ਕਿਸੇ ਨੇ ਸੋਚੀ ਨਹੀਂ ਸੀ, ਉਹ ਸਕੀਮ ਵੀ ਪੰਜਾਬ ਦੇ ਅੰਦਰ ਹਰਪਾਲ ਸਿੰਘ ਚੀਮਾ ਜੀ ਨੇ ਅਨਾਉਂਸ ਕਰਤੀ। ਫਰਿਸ਼ਤਾ ਦੇ ਅੰਦਰ ਕਿਸੇ ਦਾ ਵੀ ਰੋਡ ਸਾਈਡ ਐਕਸੀਡੈਂਟ ਹੁੰਦਾ, ਬੰਦੇ ਡਰਦੇ ਸੀਗੇ, ਉਹ ਕਹਿੰਦੇ ਜਿਹੜਾ ਰੋਡ ਸਾਈਡ ਐਕਸੀਡੈਂਟ ਹੋਏਗਾ ਕਿਸੇ ਵੀ ਪ੍ਰਾਈਵੇਟ ਹਸਪੀਟਲ 'ਚ ਵੀ ਲੈ ਜਾਓਗੇ ਤੁਸੀਂ ਪੇਸ਼ੈਂਟ ਨੂੰ, ਉਹਦਾ ਸਾਰਾ ਖਰਚਾ ਸਰਕਾਰ ਦੇਗੀ। ਦੂਜੀ ਗੱਲ, ਜਿਹੜਾ ਬੰਦਾ ਲੈ ਕੇ ਆਏਗਾ ਉਹਨੂੰ ਅਲੱਗ ਫੈਸਿਲਿਟੇਟ ਕੀਤਾ ਜਾਊਗਾ, ਉਹਨੂੰ ਅਲੱਗ ਦਿੱਤਾ ਜਾਏਗਾ ਕਿ ਤੂੰ ਕਿਸੇ ਸੇਧ ਚਾਹੀਏ। ਇਸ ਲਈ ਇਹ ਕਹਿ ਦੇਣਾ ਕਿ ਵੀ ਇਹ ਕੁਝ ਨਹੀਂ ਕਰ ਰਹੇ। ਐਜੂਕੇਸ਼ਨ ਦੇ ਉੱਤੇ ਅੱਜ ਤੱਕ ਕਿਸੇ ਵੀ ਪਾਰਟੀ ਨੇ ਐਜੂਕੇਸ਼ਨ ਤੇ ਗੱਲ ਇੱਕ ਕਰਕੇ ਜੇ ਜਵਾਬ ਦੇ ਸਕੋ, ਸਾਰੇ ਇਕੱਠੇ ਨਹੀਂ, ਇੱਕ ਸੈਗਮੈਂਟ ਦੇ ਉੱਤੇ ਸਮਝ ਆਵੇ। ਠੀਕ ਹੈ, ਹੈਲਥ ਤਾਂ ਕਲੀਅਰ ਹੋ ਗਿਆ ਸਾਰਿਆਂ ਨੂੰ ਕਿ ਹੈਲਥ ਦੇ ਕਲੀਅਰ ਹੋ ਗਿਆ। ਦੀਪਾ ਜੀ ਕਹਿ ਰਹੇ ਨੇ ਕਿ ਪਾਇਲਟ ਪ੍ਰੋਜੈਕਟ ਹੈ। ਆਪਾਂ ਇੱਕ ਛੋਟਾ ਜਿਹਾ ਰਿਐਕਸ਼ਨ ਲੈਣਾ। ਸਰੀਨ ਸਾਹਿਬ ਵੀ ਬਹੁਤ ਮੁਸਕਰਾ ਰਹੇ ਨੇ, ਮੈਂ ਸਰੀਨ ਸਾਹਿਬ ਤੁਹਾਡੇ ਕੋਲ ਆ ਰਿਹਾ। ਦੀਪਾ ਜੀ, ਉਹ ਕਹਿੰਦੇ ਪਾਇਲਟ ਪ੍ਰੋਜੈਕਟ ਹੈ, ਜਦੋਂ ਸ਼ੁਰੂਆਤ ਹੁੰਦੀ ਹੈ ਇਸ ਤਰੀਕੇ ਨਾਲ ਹੁੰਦੀ ਹੈ। ਜੇ 1 ਸਾਲ ਦੇ ਵਿੱਚ ਪਾਇਲਟ ਪ੍ਰੋਜੈਕਟ ਹੀ ਤੁਸੀਂ ਕਰਨੇ ਆ ਤਾਂ ਮੈਂ ਸਮਝਦਾ ਕਿ ਸਰਕਾਰ ਜਿਹੜੀ ਦਿੱਲੀ 'ਚ ਇੰਨੀ ਕਾਮਯਾਬ ਹੋ ਗਈ ਜੀ, ਮੁਹੱਲਾ ਕਲੀਨਿਕ ਹੈ, ਪਾਇਲਟ ਪ੍ਰੋਜੈਕਟ ਤਾਂ ਉੱਥੇ ਹੋ ਜਾਣਾ ਚਾਹੀਦਾ। ਉੱਥੇ ਮਾਡਲ ਹੈ, ਇੱਥੇ ਤਾਂ ਇੱਕਦਮ ਲਾਗੂ ਕਰਨਾ ਚਾਹੀਦਾ। ਅੱਜ ਵੀ ਤੁਸੀਂ ਪਾਇਲਟ ਪ੍ਰੋਜੈਕਟ ਦਾ ਸਹਾਰਾ ਲੈ ਕੇ ਤੁਸੀਂ ਲੋਕਾਂ ਨੂੰ ਹੁਣ ਅਗਾਂਹ ਝੂਠੇ ਨਹੀਂ ਬਣਾ ਸਕਦੇ। ਹੁਣ ਨਹੀਂ, ਇਹ ਗੱਲ ਬਿਲਕੁਲ ਸਾਫ਼ ਹੋ ਗਈ ਕਿ ਸਿਰਫ ਵਾਅਦੇ ਜਿਹੜੇ ਐਵੇਂ ਸੀ ਸਾਰੇ ਝੂਠੇ ਸੀਗੇ, ਕੁਝ ਨਹੀਂ ਅੱਗੇ ਹੋਣਾ। ਕੋਈ 16,000 18,000 ਮੁਹੱਲਾ ਕਲੀਨਿਕ ਨਹੀਂ ਖੁੱਲ੍ਹਣੇ ਜੀ। ਉਹ ਕਹਿ ਰਹੇ ਕਿ ਪਾਇਲਟ ਪ੍ਰੋਜੈਕਟ ਤਾਂ ਦਿੱਲੀ ਵਾਲੇ ਤੁਹਾਡੇ ਕੋਲ ਆਲਰੇਡੀ ਹੈ, ਯਾਨੀ ਕਿ ਉੱਥੇ ਤੁਸੀਂ ਇੰਪਲੀਮੈਂਟ ਇਹ ਚੀਜ਼ਾਂ ਕੀਤੀਆਂ ਹੋਈਆਂ ਨੇ।
ਏਦਾਂ 117 ਮਹੱਲਾ ਕਲੀਨਿਕਸ ਜਿਹੜੇ ਨੇ 75 ਮਹੱਲਾ ਕਲੀਨਿਕ 15 ਅਗਸਤ ਨੂੰ ਖੁੱਲ੍ਹਣੇ ਨੇ। ਸਰਕਾਰ ਨੂੰ 15 ਅਗਸਤ ਤੱਕ ਕਿੰਨੇ ਦਿਨ ਹੋ ਜਾਣਗੇ? 140 ਦਿਨ ਜਾਂ 150 ਦਿਨ। ਹੁਣ 150 ਦਿਨ ਦੇ ਅੰਦਰ 75 ਮਹੱਲਾ ਕਲੀਨਿਕਸ ਖੁੱਲ ਰਹੇ ਨੇ। ਇਹਨਾਂ ਦੀ ਸਰਕਾਰਾਂ ਤੋਂ ਤਾਂ 75 ਸਾਲਾਂ 'ਚ ਨਾ ਬੀਜੇਪੀ ਅਕਾਲੀ ਦਲ ਤੋਂ ਨਾ ਇਹਨਾਂ ਤੋਂ ਖੋਲਿਆ ਗਿਆ। ਹੈਲਥ ਸਿਸਟਮ ਦਾ ਕੀ ਹਾਲ ਪੰਜਾਬ ਦੇ ਅੰਦਰ ਕੀਤਾ ਇਹਨਾਂ ਤੋਂ ਜ਼ਿਆਦਾ ਕੌਣ ਕਲੀਅਰਲੀ ਜਾਣਦਾ ਹੈ? ਲੋਕੀ ਬੇਸਿਕ ਸਿਸਟਮ ਹੈ ਮੁਹੱਲਾ ਕਲੀਨਿਕ ਐਂਡ ਡਿਲੀਵਰੀ ਨਹੀਂ ਹੈ, ਫਸਟ ਡਿਲੀਵਰੀ ਹੈ। ਜਦ ਮਰੀਜ਼ ਨੂੰ ਥੋੜਾ ਜਿਹਾ ਬੁਖਾਰ ਹੁੰਦਾ ਉਹ ਫਸਟ ਡਿਲੀਵਰੀ ਅੱਜ ਤੱਕ ਤਾਂ ਇਹ ਬਣਾ ਹੀ ਨਹੀਂ ਪਾਏ। ਸਾਨੂੰ ਲੈਕਚਰ ਦੇ ਰਹੇ ਆ ਵੀ 117 ਅਨਾਉਂਸ ਕਰਤੇ ਭਗਵੰਤ ਸਿੰਘ ਮਾਨ ਜੀ ਨੇ, ਹਰਪਾਲ ਚੀਮਾ ਜੀ ਨੇ ਬਜਟ ਵੀ ਅਲਾਟ ਕਰਤਾ ਤੇ ਇਹਨਾਂ ਨੂੰ ਇਹ ਨਹੀਂ ਸਮਝ ਆ ਰਹੀ ਕਿ ਮੁਹੱਲਾ ਕਲੀਨਿਕ ਹੈ ਕੀ। ਮੁਹੱਲਾ ਕਲੀਨਿਕ ਦੇ ਸਿਸਟਮ ਨੂੰ ਸਮਝੋ। ਮੁਹੱਲਾ ਕਲੀਨਿਕ ਕੀ ਹੈ? ਜਿਹੜੇ ਵੱਡੇ ਹੈਲਥ 3 ਟਾਇਰ ਹੈਲਥ ਸਿਸਟਮ ਹੁੰਦਾ ਹੈ। ਜੇ ਤੁਹਾਡੀ ਨੌਲੇਜ ਦੱਸਨੇ ਇੰਨੇ ਸਾਲ ਤੋਂ ਸਰਕਾਰਾਂ ਚਲਾਉਂਦੇ ਰਹੇ ਹੋ, ਤੁਹਾਨੂੰ ਅੱਜ ਤੱਕ ਇਹ ਨਹੀਂ ਪਤਾ ਲੱਗਿਆ ਕਿ ਹੈਲਥ ਸਭ ਤੋਂ ਪਹਿਲਾਂ ਤੁਸੀਂ 1 ਮਿੰਟ ਇਹਨਾਂ ਦੱਸ ਦਿਓ ਜਿਹੜੀਆਂ ਰੂਰਲ ਡਿਸਪੈਂਸਰੀਆਂ ਸਾਡੇ ਪਿੰਡਾਂ ਸੀ ਉਹਨਾਂ ਦਾ ਕੀ ਕੰਮ ਹੁੰਦਾ ਸੀ? ਤੁਸੀਂ ਉਹਨੂੰ ਨਾਂ ਅਲੱਗ ਦੇ ਸਕਦੇ ਹੋ। ਜਿਹੜੀਆਂ ਪ੍ਰਾਇਮਰੀ ਹੈਲਥ ਸੈਂਟਰ 'ਚ ਕੀ ਹੁੰਦਾ ਦੱਸੋ? ਹਾਂ, ਪ੍ਰਾਇਮਰੀ ਹੈਲਥ ਸੈਂਟਰ, ਰੂਰਲ ਡਿਸਪੈਂਸਰੀਆਂ ਕੀ ਸੀਗੀਆਂ? ਮੈਡੀਕਲ ਕਾਲਜਸ, ਸੁਪਰ ਸਪੈਸ਼ਲਿਟੀ ਹਸਪੀਟਲ ਬਜਟ ਦੇ ਅੰਦਰ ਹਰ ਇੱਕ ਚੀਜ਼ ਦੇਤੀ ਹਰਪਾਲ ਸਿੰਘ ਚੀਮਾ ਜੀ ਨੇ, ਭਗਵੰਤ ਸਿੰਘ ਮਾਨ ਜੀ ਨੇ ਪਰਸਨਲੀ ਠੀਕ ਹੈ ਦੀਪਾ ਜੀ ਕੰਪਲੀਟ ਕਰ ਲਓ 10-20 ਸੈਕਿੰਡ ਅੱਗੇ ਬਹੁਤ ਦੇਰ ਦੇ ਇੰਤਜ਼ਾਰ ਕਰ ਰਹੇ ਨੇ ਸਿੰਘ ਸਾਹਿਬ। 21 ਲੱਖ ਰੁਪਏ ਪੇਪਰਲੈਸ ਤੋਂ ਬਚ ਜਾਏਗਾ। ਤੁਹਾਨੂੰ ਪਤਾ ਹੀ ਨਹੀਂ ਸਟੇਟ ਚਲਾਣੇ ਕਿਵੇਂ ਸੀਗੀ। ਇਸ ਕਰਕੇ ਆਮ ਆਦਮੀ ਪਾਰਟੀ ਨੂੰ ਮੌਕਾ ਦਿੱਤਾ, ਟਾਈਮ ਦਿਓ ਔਰ ਅਸੀਂ ਤੁਹਾਨੂੰ ਦੱਸਦੇ ਪਏ ਹੱਸ ਕੇ ਹੀ ਕੰਮ ਚਲਾਇਆ। ਠੀਕ ਹੈ, ਚਲੋ ਪਰ ਰਿਐਕਸ਼ਨ ਲੈ ਲਈਏ ਸਰ। ਠੀਕ ਹੈ, ਰਿਐਕਸ਼ਨ ਲੈ ਲਈਏ। ਦੀਪਾ ਜੀ ਉਹ ਕਹਿ ਰਹੇ ਸਟੇਟ ਕਿਵੇਂ ਚਲਾਣੀ ਹੈ ਤੁਹਾਨੂੰ ਨਹੀਂ ਪਤਾ ਸੀ। ਚਲੋ ਤੁਹਾਨੂੰ ਪਤਾ, ਲੋਕਾਂ ਨੇ ਦੱਸਤਾ, ਨਕਾਰਤਾ ਤੁਹਾਨੂੰ। ਟਾਈਮ ਨਹੀਂ ਦਿੰਦੇ ਲੋਕ, ਬਿਲਕੁਲ ਪੰਜਾਬ ਦੇ ਲੋਕ ਟਾਈਮ ਨਹੀਂ ਦਿੰਦੇ। ਇਹ ਬੜਾ ਕਲੀਅਰ ਹੈ। ਜਾਂ ਤਾਂ ਇੰਨੇ ਵਾਅਦੇ ਨਾ ਕਰੋ। ਤੁਸੀਂ ਕਹਿੰਦੇ ਕਿ ਅਸੀਂ 1000 ਰੁਪਇਆ ਤੀਜੇ ਸਾਲ ਦਵਾਂਗੇ, ਚੌਥੇ ਸਾਲ ਦਵਾਂਗੇ, ਅਸੀਂ ਮੁਹੱਲਾ ਕਲੀਨਿਕ ਪਹਿਲੇ ਸਾਲ ਐਵੇਂ ਖੋਲਾਂਗੇ, ਦੂਜੇ ਸਾਲ ਐਵੇਂ ਖੋਲਾਂਗੇ। ਲੋਕ ਹੁਣ ਪਹਿਲੇ ਬਹਿਕਾਵੇ 'ਚ ਨਹੀਂ ਆਉਂਦੇ। ਪਿਛਲੇ 5 ਸਾਲ ਕੈਪਟਨ ਅਮਰਿੰਦਰ ਸਿੰਘ ਨੇ ਇਸੇ ਤਰ੍ਹਾਂ ਹੀ ਝੂਠ ਬੋਲ ਕੇ, ਲਾਰੇ ਲਾ ਕੇ ਇਹ ਸਾਰਾ ਕੰਮ ਕੀਤਾ। ਹੁਣ ਤੁਸੀਂ ਲਾ ਲਿਆ, ਲੋਕ ਉਸ ਕੰਮ 'ਚ ਨਹੀਂ ਆਉਂਦੇ। ਜਿੰਨੀਆਂ ਉਮੀਦਾਂ ਹੁੰਦੀਆਂ ਜੇ ਉਹ ਗਿਰਦੀਆਂ ਤੇ ਫਿਰ ਰਿਜ਼ਲਟ ਜਿਵੇਂ ਸੰਗਰੂਰ ਦਾ ਆਇਆ ਇਸੇ ਤਰ੍ਹਾਂ ਦਾ ਅੱਗੇ ਰਿਜ਼ਲਟ ਆਊਗਾ। ਪਹਿਲਾਂ ਦੇਖ ਲਓ। ਆਪਾਂ ਸਰੀਨ ਸਾਹਿਬ ਨੂੰ ਵੀ ਐਡ ਅਸਲੀਅਤ ਤੇ ਆ ਜਾਓ ਜੀ। ਠੀਕ ਹੈ, ਆਪਾਂ ਸਰੀਨ ਸਾਹਿਬ ਨੂੰ ਵੀ ਐਡ ਕਰੀਏ। ਸਰੀਨ ਸਾਹਿਬ ਬਹੁਤ ਮੁਸਕਰਾ ਰਹੇ ਹੋ, ਤੁਸੀਂ ਗੱਲਾਂ ਸਾਰੀਆਂ ਸੁਣੀਆਂ ਹੋਣੀਆਂ। ਸਵਾਲ ਮੈਂ ਤੁਹਾਨੂੰ ਬਜਟ ਨੂੰ ਲੈ ਕੇ ਪੁੱਛ ਰਿਹਾ, ਕਿਵੇਂ ਤੁਸੀਂ ਬਜਟ ਨੂੰ ਦੇਖ ਰਹੇ ਹੋ? ਵਿਰੋਧੀ ਹੋਣ ਦੇ ਨਾਤੇ ਤੁਸੀਂ ਉਸ ਦੇ ਉੱਤੇ ਸਵਾਲ ਤਾਂ ਚੁੱਕੋਗੇ, ਪਰ ਦੱਸੋ 2-3 ਪੁਆਇੰਟ ਜਿਹੜੇ ਤੁਹਾਨੂੰ ਲੱਗ ਰਹੇ ਨੇ, ਜਿਹੜੇ ਬਿਲਕੁਲ ਜਿਨ੍ਹਾਂ ਦੇ ਉੱਤੇ ਤੁਹਾਨੂੰ ਇਤਰਾਜ਼ ਹੈ ਜਾਂ ਜਿਨ੍ਹਾਂ ਨੂੰ ਸੁਣ ਕੇ ਨਿਰਾਸ਼ਾ ਹੋਈ ਹੈ। ਨਹੀਂ, ਸੰਨੀ ਆਲੂਵਾਲੇ ਜੀ ਨੇ ਬੜੀ ਸਹੀ ਗੱਲ ਕਹੀ ਹੈ ਕਿ 75 ਸਾਲ ਦੇ ਬਜਟ ਔਰ ਇਹ ਬਜਟ ਜਿਹੜਾ ਹੈਗਾ ਨਾ, ਬੜਾ ਫਰਕ ਹੈਗਾ। ਮੈਂ ਸਮਝਦਾ ਕਿ 75 ਸਾਲਾਂ ਦੇ ਵਿੱਚ ਇਹੋ ਜਿਹਾ ਬਜਟ ਕਦੀ ਨਹੀਂ ਆਇਆ ਹੋਣਾ ਜਿਹੜਾ ਝੂਠ, ਫਰੇਬ, ਜਗਲਰੀ ਆਫ ਵਰਡਸ, ਜਗਲਰੀ ਆਫ ਫਿਗਰਸ ਔਰ ਲੋਕਾਂ ਨੂੰ ਜਿਵੇਂ ਚੁਣਾਵ ਵੇਲੇ ਬੇਵਕੂਫ ਬਣਾਉਣ ਦੀ ਕੋਸ਼ਿਸ਼ ਕੀਤੀ, ਝੂਠੇ ਵਾਅਦੇ, ਝੂਠ ਦਾ ਪੁਲੰਦਾ, ਉਹੀ ਇੱਕ ਬਜਟ ਉਸ ਦਾ ਰੂਪ ਹੈਗਾ। ਰਹੀ ਗੱਲ ਕਿਉਂ ਮੈਂ ਕਹਿ ਰਿਹਾ ਜੀ, ਇਸ ਬਜਟ ਦੇ ਵਿੱਚ ਆਮਦਨ ਦਿਖਾਈ ਹੈ ਇਹਨਾਂ ਨੇ 95,258 ਕਰੋੜ ਰੁਪਈਆ। ਖਰਚਾ ਦਿਖਾ ਰਹੇ ਨੇ 1,55,806 ਕਰੋੜ ਰੁਪਈਆ। 60,602 ਕਰੋੜ ਰੁਪਏ ਦਾ ਫਰਕ ਹੈ। ਚੁਆਨੀ ਆਮਦਨ, ਖਰਚਾ ਰੁਪਈਆ। ਤੇ ਮੈਨੂੰ ਦੱਸ ਦਿਓ 75 ਪੈਸੇ ਕਿੱਥੋਂ ਆਣਗੇ? ਕਿੱਥੋਂ ਆਣਗੇ? ਤੁਸੀਂ ਕਿੱਥੋਂ ਖਰਚ ਕਰੋਗੇ? ਤੁਹਾਡੀਆਂ ਜਿੰਨੀਆਂ ਅਨਾਉਂਸਮੈਂਟਸ ਹੈਗੀਆਂ ਇਸ ਬਜਟ ਦੀਆਂ, ਇੱਕ ਫਰਾਡ ਦੇ ਇਲਾਵਾ ਕੁਝ ਨਹੀਂ ਹੈਗਾ। ਜੇ ਤੁਹਾਡੇ ਕੋਲ ਪੈਸਾ ਹੀ ਹੈ ਨਹੀਂ, ਤੁਹਾਡੀ ਅਨਾਉਂਸਮੈਂਟ ਕਿਸ ਕੰਮ ਦੀ? ਮੈਨੂੰ ਸਿੱਧਾ ਸਾਫ਼ ਦੱਸ ਦਿਓ ਨਾ। 95,000 ਕਰੋੜ ਦੀ ਆਮਦਨ, 1,55,000 ਦਾ ਤੁਸੀਂ ਖਰਚਾ ਔਰ ਐਲੋਕੇਸ਼ਨ ਕਰ ਰਹੇ ਹੋ। ਇੱਕ ਮੁਹੱਲਾ ਕਲੀਨਿਕ ਬਣਾ ਦੇਂਗੇ, ਅਸੀਂ ਹਸਪੀਟਲ ਖੋਲ ਦੇਂਗੇ, ਅਸੀਂ ਫਲਾਣਾ ਕਰ ਦਿਆਂਗੇ, ਅਸੀਂ ਕਾਲਜਸ ਬਣਾ ਦੇਂਗੇ, ਇਹ ਕਰ ਦਿਆਂਗੇ। ਉਹ ਬਈ ਇਹ ਚੁਆਨੀ ਪੱਲੇ ਨਹੀਂ ਤੁਹਾਡੇ ਤੇ ਕਰਦੀ ਮੇਲਾ। ਸਭ ਤੋਂ ਪਹਿਲੀ ਗੱਲ ਇਹ। ਠੀਕ ਹੈ। ਦੂਸਰੀ ਚੀਜ਼ ਮੈਂ ਪੁੱਛਣਾ ਚਾਹੁੰਦਾ, ਗਰੰਟੀਆਂ ਤੁਸੀਂ ਦਿੱਤੀਆਂ ਸੀਗੀਆਂ, ਆਪੋਜੀਸ਼ਨ ਨਹੀਂ ਸੀ ਦਿੱਤੀਆਂ। ਅੱਜ ਆਮ ਆਦਮੀ ਪਾਰਟੀ ਨੂੰ ਆਪੋਜੀਸ਼ਨ ਤੇ ਪ੍ਰਸ਼ਨ ਕਰਨ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ, ਕਿਉਂਕਿ ਤੁਸੀਂ ਗਰੰਟੀਆਂ ਲੋਕਾਂ ਨੂੰ ਦਿੱਤੀਆਂ, ਲੋਕਾਂ ਨਾਲ ਵਾਅਦੇ ਕੀਤੇ ਕਿ ਅਸੀਂ ਆਹ ਚੀਜ਼ਾਂ ਕਰਾਂਗੇ, ਅਸੀਂ 1,000 ਰੁਪਇਆ ਮਾਤਾਵਾਂ ਭੈਣਾਂ ਦੇ ਖਾਤੇ 'ਚ ਪਾਵਾਂਗੇ ਪਹਿਲੀ ਸ਼ਾਹੀ ਨਾਲ, 300 ਯੂਨਿਟ ਬਿਜਲੀ ਫ੍ਰੀ ਕਰਾਂਗੇ ਪਹਿਲੀ ਸ਼ਾਹੀ ਨਾਲ। ਮੈਂ ਪੁੱਛਣਾ ਚਾਹੁੰਦਾ, ਤੁਸੀਂ ਵਾਅਦੇ ਕੀਤੇ, ਤੁਸੀਂ ਕੀਤੇ, ਅਸੀਂ ਤਾਂ ਨਹੀਂ ਕੀਤੇ। ਤੁਸੀਂ ਵਾਅਦੇ ਕੀਤੇ, ਲੋਕਾਂ ਨੇ ਤੁਹਾਡੇ ਵਾਅਦੇ ਮੰਨੇ, ਤੁਹਾਨੂੰ ਸਰਕਾਰ ਦੇ ਦਿੱਤੀ। ਅੱਜ ਕੀ ਹਾਲ ਹੈ ਮੈਨੂੰ ਦੱਸੋ? ਕਿੱਥੇ ਹੈ ਭੈਣਾਂ ਦਾ 1,000 ਰੁਪਇਆ? ਤੁਸੀਂ ਉਹ ਤੇ ਕੁਝ ਨਹੀਂ ਬੋਲੇ। ਤੁਸੀਂ ਹੈਲਥ ਦੀ ਗੱਲ ਕਰਦੇ ਸੀ। ਮੈਂ ਫਾਈਨਾਂਸ ਮਿਨਿਸਟਰ ਕਹਿੰਦੇ ਕਿ 5 ਦੇ ਵਿੱਚੋਂ 4 ਤਾਂ ਅਸੀਂ ਪੂਰੀ ਕਰਤੀਆਂ ਗਰੰਟੀਆਂ, ਤੁਸੀਂ ਇੱਕ ਨਹੀਂ ਕੀਤੀ, ਉਸ ਦੇ ਪਿੱਛੇ ਬੈ ਗਏ। ਇੱਕ ਮਿੰਟ ਸੁਣ ਲਓ ਮੇਰੀ, ਸੁਣ ਲਓ ਮੈਂ ਉਸੇ ਤੇ ਆ ਰਿਹਾ ਸਰ। ਗਰੰਟੀਆਂ ਕੀ ਪੂਰੀਆਂ ਕੀਤੀਆਂ ਉਹ ਵੀ ਸੁਣ ਲਓ ਨਾ। ਮੈਂ ਤਾਂ ਪਹਿਲਾਂ ਦੱਸਦਾ, ਜੇ 95,000 ਦੀ ਆਮਦਨ ਹੈ, 1,55,000 ਖਰਚਾ ਕਿੱਥੋਂ ਕਰੋਗੇ ਤੁਸੀਂ? ਇਹ ਗਰੰਟੀਆਂ ਪੂਰੀਆਂ ਕੀਤੀਆਂ। ਹੁਣ ਸੁਣ ਲਓ ਮੇਰੀ ਗੱਲ। ਹੁਣ ਇਹ ਕਹਿੰਦੇ ਨੇ ਹੈਲਥ ਸੈਕਟਰ ਦੀ ਗੱਲ ਕਰਦੇ ਅਸੀਂ, ਆਹ ਮੁਹੱਲਾ ਕਲੀਨਿਕ 117 ਖੋਲ ਦਿਆਂਗੇ। ਉਹ ਦੀਪਾ ਜੀ ਨੇ ਦੱਸਦਾ ਕਿ ਕਿਵੇਂ 117 ਦੇ 5 ਸਾਲਾਂ 'ਚ ਕੀ ਹਾਲ ਹੋਏਗਾ। ਚਲੋ ਮੈਂ ਉਸ ਤੇ ਵੀ ਨਹੀਂ ਜਾਂਦਾ।
ਮੈਂ ਇਹਨਾਂ ਤੇ ਬਲੀਵ ਕਰਦਾ ਕਿ ਮਹੱਲਾ ਕਲੀਨਿਕ ਸਾਰੇ ਖੋਲਣਗੇ। ਇਹਨਾਂ ਤੇ ਵਿਸ਼ਵਾਸ ਕੌਣ ਕਰੇਗਾ? ਉਹ ਆਯੁਸ਼ਮਾਨ ਭਾਰਤ ਦੇ ਫਰਵਰੀ ਤੋਂ ਬੰਦ ਪਈ ਹੈ, ਉਹਨੂੰ ਚਲਾਉਣ ਜੋਗੇ ਤੁਹਾਡੇ ਕੋਲ 3 ਮਹੀਨੇ ਦੇ ਵਿੱਚ ਪੈਸੇ ਨਹੀਂ ਹੋਏ। ਤੁਸੀਂ ਉਹਦੇ ਵਾਸਤੇ ਏਜੰਸੀ ਨਹੀਂ ਕਰ ਪਾਈ ਜਿਹੜੀ ਆਲਰੇਡੀ ਹੈਲਥ ਸਕੀਮ ਚੱਲਦੀ ਪਈ ਸੀਗੀ। ਠੀਕ ਹੈ, ਤੁਸੀਂ ਮੈਂ ਉਹ ਬੰਦ ਹੋ reaction ਗਈ। ਲੈਣਾ। ਤੁਸੀਂ ਲੋਕਾਂ ਦਾ ਇੱਕ ਮਿੰਟ ਤੁਸੀਂ ਤਫਸੀਲ ਨਾਲ ਗੱਲ ਰੱਖ ਲਈ, ਮੈਂ ਰਿਐਕਸ਼ਨ ਲੈਣਾ। ਮੈਂ ਕਥਨੀਆਂ ਕਰਨੀ ਇਹ ਸਰਕਾਰ ਦਾ ਫਰਕ ਹੈ ਜੀ। ਇਹ ਕਹਿੰਦੇ ਕੁਛ ਨੇ, ਕਰਦੇ ਕੁਛ ਨੇ, ਇਹਨਾਂ ਦੇ ਪੱਲੇ ਕੁਛ ਹੈ। ਦਾਅਵੇ ਚਲੋ ਆਪਾਂ ਰਿਐਕਸ਼ਨ ਲੈ ਲਈਏ ਸਰੀਨ ਸਾਹਿਬ, ਆਪਾਂ ਰਿਐਕਸ਼ਨ ਲੈ ਲਈਏ। ਮੈਂ ਪਹਿਲੇ ਪੁਆਇੰਟ ਦੇ ਉੱਤੇ ਤੁਹਾਡੇ ਕੁਛ ਨਹੀਂ ਹੈ। ਮੈਂ ਸਰ ਤੁਹਾਡੇ ਪਹਿਲੇ ਪੁਆਇੰਟ ਦੇ ਉੱਤੇ ਆਣਾ। ਤੁਸੀਂ ਕਹਿ ਰਹੇ ਹੋ ਕਿ 96,000 ਕਰੋੜ ਦੀ ਇਨਕਮ, ਯਾਨੀ ਇੱਕ ਸ਼ਖਸ, ਇੱਕ ਆਮ, ਮੈਂ ਨਾਰਮਲ ਭਾਸ਼ਾ ਦੇ ਵਿੱਚ ਸਮਝਾਵਾਂ ਆਪਣੇ ਦਰਸ਼ਕਾਂ ਨੂੰ ਵੀ, ਬਹੁਤ ਸਾਰੇ ਇਨਫੈਕਟ ਸਮਝ ਵੀ ਗਏ ਹੋਣਗੇ ਕਿ ਆਪਣੀ ਇਨਕਮ ਹੈ 96 ਰੁਪਏ ਤੇ ਆਪਣਾ ਖਰਚਾ ਹੈ 155 ਰੁਪਏ। ਮੈਨੂੰ ਥੋੜਾ ਜਿਹਾ ਛੋਟਾ ਕਰਕੇ ਸਮਝਾ ਰਹੇ ਹਾਂ। ਜੋ ਸਰੀਨ ਸਾਹਿਬ ਕਹਿ ਰਹੇ ਨੇ ਕਿ ਸਟੇਟ ਦੀ ਕਮਾਈ 96 ਰੁਪਏ, ਖਰਚਾ 155 ਰੁਪਏ, ਇਹ ਜਿਹੜਾ ਕਰੀਬ 60 ਰੁਪਏ ਦਾ ਫਰਕ ਹੈ, ਇਹ ਕਿਵੇਂ ਪੂਰਾ ਹੋਏਗਾ? ਡਾਕਟਰ ਸਾਹਿਬ, ਡਾਕਟਰ ਆਲੂਵਾਲੀਆ ਜੀ। ਸਭ ਤੋਂ ਪਹਿਲੀ ਗੱਲ ਤਾਂ ਐਕਚੁਅਲੀ ਬੀਜੇਪੀ ਵਾਲਿਆਂ ਦੀ ਗਲਤੀ ਕੋਈ ਨਹੀਂ, ਇਹਨਾਂ ਨੂੰ ਜੁਮਲੇ ਦੇਣ ਦੀ ਆਦਤ ਹੋਈ ਹੈ, ਇਸ ਲਈ ਇਹਨਾਂ ਨੂੰ ਲੱਗਦਾ ਵੀ ਸਾਰੀ ਪਾਰਟੀਆਂ ਜੁਮਲੇ ਦਿੰਦੀ ਹੈ। 15 ਲੱਖ ਦਾ ਜੁਮਲਾ ਦੇ ਕੇ ਜਿਹੜੀ ਪਾਰਟੀ ਪਾਵਰ 'ਚ ਆਈ ਸੀਗੀ, ਉਹਨੂੰ ਲੱਗਦਾ ਹੈ ਸਾਰੀ ਪਾਰਟੀਆਂ ਜੁਮਲਾ ਦਿੰਦੀ ਹੈ। ਇਹਨਾਂ ਦੇ ਪ੍ਰਧਾਨ ਮੰਤਰੀ ਕੈਂਡੀਡੇਟ ਉਸ ਟਾਈਮ ਤੇ ਕਹਿੰਦੇ 15 लाख रुपया हर एक के खाते में आएगा। वो बाद च कहते ही वो तो जुमला सीगा। जवाब ये ਇਹਨਾਂ ਨੂੰ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਵੀ ਜਿਹੜੀ ਗੱਲ ਕਰੇਗੀ ਉਹ ਜੁਮਲਾ ਹੋਏਗੀ, ਕਿਉਂਕਿ ਇਹਨਾਂ ਦੀ ਪਾਰਟੀ ਇਹੋ ਜਿਹੀ, ਇਹਨਾਂ ਦੀ ਕੋਈ ਗਲਤੀ ਨਹੀਂ ਹੈ। ਮੈਂ ਨਹੀਂ, ਨਾ ਤੁਹਾਡੀ ਗਲਤੀ ਨਹੀਂ ਹੈ, ਇਹਦੇ ਅੰਦਰ ਤੁਹਾਨੂੰ ਲੱਗਦਾ ਵੀ ਸਾਰੇ ਜੁਮਲੇ ਦਿੰਦੇ। ਦੂਜੀ ਗੱਲ ਤੇ ਆ ਜਾਓ, ਤੁਸੀਂ ਸਾਨੂੰ ਕਹਿੰਦੇ ਹੋ ਜੀ ਤੁਸੀਂ ਗਰੰਟੀ ਨਹੀਂ ਪੂਰੀ ਕੀਤੀ। 1 ਜੁਲਾਈ ਤੋਂ ਬਿਜਲੀ ਦੀ ਗਰੰਟੀ, ਹੈਲਥ ਸਿਸਟਮ ਦੇ ਉੱਤੇ, ਐਜੂਕੇਸ਼ਨ ਸਿਸਟਮ ਦੇ ਉੱਤੇ ਸਭ ਤੋਂ ਜ਼ਿਆਦਾ ਬਜਟ ਕਰਤਾ ਸੀ। ਕਹਿੰਦੇ ਚੰਗੇ ਸਕੂਲ ਬਣਾਵਾਂਗੇ, ਸਕੂਲ ਦੀ ਗੱਲ ਕਰਤੀ, ਚੰਗੇ ਹਸਪਤਾਲ ਬਣਾਵਾਂਗੇ, ਮਲਟੀ ਸਪੈਸ਼ਲਿਟੀ ਬਣਾਵਾਂਗੇ। ਹੁਣ ਤੁਸੀਂ ਕਹਿੰਦੇ ਵੀ ਪੈਸੇ ਕਿੱਥੋਂ ਆਣਗੇ? ਪੈਸੇ ਦੀ ਗੱਲ ਸੁਣ ਲਓ। ਜਿਸ ਦਿਨ ਨਿਊਜ਼ 18 ਦੇ ਉੱਤੇ ਡਿਬੇਟ ਹੋ ਰਿਹਾ ਸੀਗਾ, ਤਦ ਗੱਲ ਚੱਲਦੀ ਪਈ ਸੀ ਕਿ ਜੀ ਲਿਕਰ ਪਾਲਿਸੀ ਗੱਲ ਕਰਤੀ, ਇਹਨਾਂ ਤੇ ਬੰਦਿਆਂ ਨੂੰ ਏਦਾਂ ਹੋ ਜਾਊਗਾ, ਉਦਾਂ ਹੋ ਜਾਊਗਾ। ਮੈਂ ਇਹਨਾਂ ਨੂੰ ਦੱਸਣਾ ਚਾਹਨਾ ਕਿ ਅਸੀਂ ਹਰ ਇੱਕ ਏਰੀਆਸ ਦੇ ਅੰਦਰ ਜਿਹੜੀ ਤੁਸੀਂ ਇਲੀਗਲ ਲਿਕਰ ਕੰਪਨੀਆਂ ਚਲਾਉਂਦੇ ਰਹੇ, ਸ਼ਰਾਬ ਦੀ ਬੋਤਲਾਂ ਵੇਚਦੇ ਰਹੇ, ਇਲੀਗਲ ਬੱਸਾਂ ਚਲਾਉਂਦੇ ਰਹੇ, ਜਿਸ 'ਚ ਤੁਹਾਡੇ ਵੀ ਹਿੱਸੇ ਸੀਗੇ। ਹੁਣ ਬੀਜੇਪੀ ਵਾਲੇ ਜਵਾਬ ਨਹੀਂ ਦੇਣਗੇ। ਇੰਡੋ ਕੈਨੇਡੀਅਨ ਵਰਗੀ ਬੱਸ ਸਰਵਿਸ ਦੇ ਅੰਦਰ ਤੁਹਾਡੀ ਸਰਕਾਰ ਚੱਲਦੀ ਹੈ, ਤੁਹਾਡੀ ਸਰਕਾਰ ਚੱਲਦੀ ਨਹੀਂ, ਤੁਸੀਂ ਲੋਕਾਂ ਨੇ ਉਹਨਾਂ ਨੂੰ ਦਿੱਤੇ। ਔਰ ਸਾਰਾ ਮਾਫੀਆ ਅੱਜ ਆਮ ਆਦਮੀ ਪਾਰਟੀ ਨੇ ਸਾਰਾ ਮਾਫੀਆ ਪੰਜਾਬ 'ਚ ਖਤਮ ਕਰਤਾ, ਲਿਕਰ ਮਾਫੀਆ ਖਤਮ ਕਰਤਾ, ਟਰਾਂਸਪੋਰਟ ਮਾਫੀਆ ਖਤਮ ਕਰਤਾ। ਸਰਕਾਰ ਦੇ ਜਿਹੜੇ ਨਾ ਖਜ਼ਾਨੇ ਤੁਸੀਂ ਲੁੱਟ ਰਹੇ ਸੀ ਸਰਕਾਰਾਂ ਨੂੰ, ਹੁਣ ਬਜਟ ਤੁਸੀਂ ਦੇਖ ਰਹੇ ਹੋ। ਹੁਣ ਤੁਸੀਂ ਦੇਖਣਾ ਰੈਵਨਿਊ ਕਿਵੇਂ ਜਨਰੇਟ ਹੁੰਦਾ ਪੰਜਾਬ ਸਰਕਾਰ ਕੋਲ। ਜਿਹੜੇ ਜ਼ਮੀਨਾਂ ਇਹ ਸਾਰੇ ਮਿਨਿਸਟਰਸ ਐਮਐਲਏ ਦਿੰਦੇ ਰਹੇ ਹੋ ਨਾ, ਸਾਰੀਆਂ ਕਿੰਨਾ ਬਜਟ ਹੈ ਨਾ, ਅਸੀਂ ਤੁਹਾਨੂੰ ਦੱਸਾਂਗੇ ਕਿ ਪੰਜਾਬ ਜਿਹੜਾ ਸੀਗਾ ਉਹ ਰੰਗਲਾ ਪੰਜਾਬ ਸੀਗਾ, ਤੁਸੀਂ ਲੁੱਟਦਾ ਪੰਜਾਬ ਬਣਾਤਾ। ਤੁਸੀਂ ਪੰਜਾਬ ਤੁਸੀਂ ਕਹਿ ਰਹੇ ਹੋ, ਝੂਠ ਬੋਲ ਰਹੇ ਮੈਂ ਰੋਜ਼ ਰਿਕੁਐਸਟ ਇਹੀ ਕਰਦਾ ਤਾਂ ਕਿ ਲੋਕਾਂ ਨੂੰ ਸਮਝ ਆਵੇ। ਠੀਕ ਹੈ ਸਰੀਨ ਸਾਹਿਬ, ਤੁਸੀਂ ਬੋਲੋ। 1 ਮਿੰਟ ਦੇ ਦਿਓ, ਸਰੀਨ ਸਾਹਿਬ 1 ਮਿੰਟ ਦੇ ਦਿਓ। ਜੀ ਬੋਲੋ। ਮੈਨੂੰ ਹੈਰਾਨੀ ਹੈ ਸੰਨੀ ਜੀ ਦੇ ਜਵਾਬ ਦੇ ਉੱਤੇ ਕਿ ਇਹਨਾਂ ਕੋਲ 95 ਔਰ 155 ਦਾ ਡਿਫਰੈਂਸ ਤੇ ਸਮਝ ਨਹੀਂ ਆਇਆ ਇਹਨਾਂ ਨੂੰ, ਕਿਉਂਕਿ ਇਹਨਾਂ ਕੋਲ ਉਹਦਾ ਜਵਾਬ ਕੋਈ ਨਹੀਂਗਾ। ਔਰ ਭਾਈ ਸਾਹਿਬ, ਜੇ ਤੁਸੀਂ ਬਜਟ ਪੂਰਾ ਸੁਣ ਲਿਆ ਹੋਵੇ, ਤੁਸੀਂ ਪੜ੍ਹ ਕੇ ਵੀ ਜ਼ਰੂਰ ਆਏ ਹੋਗੇ, ਤੁਸੀਂ ਬਹੁਤ ਸਿਆਣੇ ਹੋ। ਇਹਦੇ ਵਿੱਚ ਜਿਹੜੀ ਤੁਸੀਂ ਇਨਕਰੀਜ਼ ਕਰਨੀ ਹੈ ਨਾ, 17% ਇਨਕਰੀਜ਼ ਇੱਕ ਕਰਨੀ ਹੈ, 27% GST ਇਨਕਰੀਜ਼ ਕਰਨੀ ਹੈ, ਉਹ ਇਨਕਰੀਜ਼ਸ ਨੂੰ ਕਾਊਂਟ ਕਰਕੇ ਤੁਸੀਂ ਰੈਵਨਿਊ ਕਾਊਂਟ ਕੀਤਾ ਹੈ। ਤੁਸੀਂ ਕਿੱਥੇ ਲੋਕਾਂ ਨੂੰ ਬੇਵਕੂਫ ਬਣਾ ਰਹੇ ਹੋ? ਤੁਸੀਂ ਕਹਿੰਦੇ ਅਸੀਂ ਇਕੱਠੇ ਕਰਾਂਗੇ, ਉਹ ਇਕੱਠੇ ਕਰਨ ਦੇ ਬਾਅਦ ਤੁਸੀਂ ਜਿਹੜਾ ਵੀ ਕੋਈ ਆਪਾਂ ਆਮਦਨ ਦੱਸਦੇ ਆ ਬਜਟ ਦੇ ਵਿੱਚ, ਜਿਹੜੀ ਤੁਸੀਂ ਇਨਕਰੀਜ਼ਸ ਦੱਸ ਦਿੰਦੇ ਹੋ ਕਿ ਸਾਡੇ ਇਸ ਯੂਨਿਟ ਤੋਂ ਅਸੀਂ ਇਨਕਰੀਜ਼ ਕਰਾਂਗੇ, ਅਸੀਂ GST ਦਾ ਇੰਨੇ % ਇਨਕਰੀਜ਼ ਕਰਾਂਗੇ, ਅਸੀਂ ਦਾਰੂ ਦਾ ਇੰਨਾ ਇਨਕਰੀਜ਼ ਕਰਾਂਗੇ, ਮਾਈਨਿੰਗ ਦਾ ਇੰਨਾ ਇਨਕਰੀਜ਼ ਕਰਾਂਗੇ। ਉਹ ਕਰਨ ਦੇ ਬਾਅਦ ਤੁਹਾਡੇ ਕੋਲ ਫਿਗਰ 95 ਪਹੁੰਚੀ ਹੈ ਭਾਈ ਸਾਹਿਬ।